दोस्तों कोविड-19 ਦੇ ਦੌਰਾਨ ਲੋਕਾਂ ਦੇ ਦਿਲਾਂ ਵਿੱਚ ਬੜੀਆਂ ਗੱਲਾਂ ਆਈਆਂ ਸਨ। ਲੋਕ ਸੋਚਦੇ ਸਨ ਕਿ ਪਿਛਲੇ ਦੌਰ ਦੇ ਵਿੱਚ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਬੜੀਆਂ ਸੰਸਥਾਵਾਂ ਅਗਾਂਹ ਵਧੀਆਂ ਸੀ, ਬੜੀਆਂ ਐਨਜੀਓ ਵੱਲੋਂ ਸੇਵਾ ਕੀਤੀ ਗਈ ਸੀ। ਚਾਹੇ ਸਰਕਾਰਾਂ ਵੱਲੋਂ ਘਰ ਘਰ ਦੇ ਵਿੱਚ ਰਾਸ਼ਨ ਨਹੀਂ ਪਹੁੰਚਾਇਆ ਗਿਆ ਸੀ, ਪਰ ਐਨਜੀਓ ਜਿਹੜੀਆਂ ਸਨ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀਆਂ ਸੀ। ਪਰ ਇਸ ਵਕਤ ਲੋਕਾਂ ਦੇ ਦਿਲਾਂ ਵਿੱਚ ਸ਼ੰਕਾ ਸੀ ਕਿ ਸ਼ਾਇਦ ਹੁਣ ਐਨਜੀਓ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਸਕੇਗੀ, ਕਿਉਂਕਿ ਪਹਿਲਾਂ ਹੀ ਆਰਥਿਕ ਪੱਖੋਂ ਹਰ ਕੋਈ ਮਜਬੂਰ ਹੁੰਦਾ ਨਜ਼ਰ ਆ ਰਿਹਾ। ਪਰ ਇਹ ਬਿਲਕੁਲ ਅਸੀਂ ਗਲਤ ਸੋਚ ਰਹੇ ਹਾਂ, ਕਿਉਂਕਿ ਐਨਜੀਓ ਵੱਲੋਂ ਜਾਂ ਫਿਰ ਕੁਝ ਵੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਹ ਸੇਵਾ ਅਜੇ ਤੱਕ ਜਾਰੀ ਰੱਖੀ ਗਈ ਹੈ। ਤਾਂ ਇਹ ਰਾਸ਼ਨ ਜਿਹੜਾ ਪੈਕ ਕੀਤਾ ਜਿਹੜੀ ਰਸ ਜਿਹੜੀ ਪੈਕ ਕੀਤੀ ਜਾ ਰਹੀ ਆ, ਇਹਦੇ ਵਿੱਚ ਤੁਸੀਂ ਦੇਖ ਸਕਦੇ ਜੀ ਕਿ ਕਿਸ ਤਰੀਕੇ ਦੇ ਨਾਲ ਪੈਕਿੰਗ ਕੀਤੀ ਗਈ ਹੈ। ਸਭ ਤੋਂ ਪਹਿਲੇ ਮੈਂ ਪੋਸਟਰ ਚਾਹਾਂਗਾ ਕਿ ਦੂਸਰੇ ਪਾਸੇ ਪੋਸਟਰ ਲੱਗਾ, ਕਿਉਂਕਿ ਬੜੇ ਕੋਵਿਡ-19 ਦੇ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ। ਤਾਂ ਇਹ ਪੋਸਟਰ ਦੇ ਉੱਤੇ ਬਕਾਇਦਾ ਨੰਬਰ ਲਿਖਿਆ ਹੋਇਆ ਫੂਡ ਫॉर ਲਾਈਫ ਅੰਮ੍ਰਿਤਸਰ। ਤਾਂ ਇਹਨਾਂ ਵੱਲੋਂ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਹੈ, ਨੰਬਰ ਕਲੀਅਰ ਤਰੀਕੇ ਨਾਲ ਦਿਖਾ ਦਿੱਤੇ ਜਾਣ। ਇਹਨਾਂ ਨੰਬਰਾਂ ਦੇ ਉੱਤੇ ਕੋਈ ਵੀ WhatsApp ਦੇ ਉੱਤੇ ਮੈਸੇਜ ਕਰਦਾ ਵਾ ਤੇ ਉਹਨਾਂ ਦੇ ਘਰ ਤੱਕ ਲੰਗਰ ਜ਼ਰੂਰ ਪਹੁੰਚਾਇਆ ਜਾਏਗਾ। ਜਿਹੜਾ ਕੋਵਿਡ-19 ਦਾ ਪੇਸ਼ੈਂਟ ਹੈ ਉਹਨੂੰ ਜਿਹੜੀ ਖਾਣ ਪੀਣ ਦੀ ਜਿਹੜੀ ਵਸਤੂ ਹੈ ਉਹ ਉਹਨਾਂ ਤੱਕ ਪਹੁੰਚਾਈ ਜਾਏਗੀ ਇਹਨਾਂ ਵੱਲੋਂ, ਜਿਨ੍ਹਾਂ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ। ਤਾਂ ਹੁਣ 100 ਕੋਵਿਡ ਪੇਸ਼ੈਂਟਾਂ ਵਾਸਤੇ ਰਾਸ਼ਨ ਜਿਹੜਾ ਉਹ ਪੈਕ ਕੀਤਾ ਜਾ ਰਿਹਾ। ਤਾਂ ਹੁਣ ਦੂਸਰੇ ਪਾਸੇ ਤਸਵੀਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦਿੱਤੀ ਜਾਵੇ ਕਿ ਇਸ ਦੇ ਵਿੱਚ ਇੱਕ ਸ਼ਾਨਦਾਰ ਹੋਟਲ ਦੇ ਵਿੱਚ ਇਸ ਤਰ੍ਹਾਂ ਦੀ ਪੈਕਿੰਗ ਹੁੰਦੀ ਹੈ, ਜਿਸ ਤਰ੍ਹਾਂ ਦੀ ਪੈਕਿੰਗ ਹੁਣ ਇਹਨਾਂ ਵੱਲੋਂ ਕਰਵਾ ਕੇ ਉਹਨਾਂ ਦੇ ਘਰ ਤੱਕ ਪਹੁੰਚਾਈ ਜਾਏਗੀ। ਜਿਹੜੇ ਕੋਵਿਡ ਦੇ ਪੇਸ਼ੈਂਟ ਨੇ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਏਗਾ। ਤਾਂ ਇਹ ਸੇਵਾ ਵਿਲੱਖਣ ਸੇਵਾ ਅਸੀਂ ਕਵਾਂਗੇ। ਕੋਈ ਵੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕਿਸੇ ਬਾਰੇ ਸੋਚ ਕੇ ਰਾਜ਼ੀ ਨਹੀਂ ਹੁੰਦਾ, ਹਰ ਇੱਕ ਨੂੰ ਆਪਣੀ ਆਪਣੀ ਪਈ ਆ। ਪਰ ਜਦੋਂ ਅਸੀਂ ਇਹ ਤਸਵੀਰ ਦੇਖਦੇ ਪਏ ਹਾਂ ਤਾਂ ਫਿਰ ਸਾਨੂੰ ਵੀ ਪਤਾ ਲੱਗਦਾ ਹੈ ਕਿ ਵਾਕਿਆ ਹੀ ਪੰਜਾਬ ਦੇ ਵਿੱਚ ਜਾਂ ਫਿਰ ਇਨਸਾਨੀਅਤ ਇਸ ਤਰ੍ਹਾਂ ਦੀ ਵੀ ਜ਼ਿੰਦਾ ਹੈ ਕਿ ਹਰ ਇੱਕ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ, ਹਰ ਇੱਕ ਤੱਕ ਉਹ ਚੀਜ਼ ਪਹੁੰਚਾਈ ਜਾ ਰਹੀ ਹੈ ਜਿਹੜੀ ਕਿ ਉਹਨੂੰ ਜ਼ਰੂਰਤ ਹੈ। ਕਿਉਂਕਿ ਕੋਵਿਡ-19 ਦੇ ਦੌਰਾਨ ਜਦੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਆਸ਼ੰਕਾ ਹੁੰਦੀ ਹੈ ਜਾਂ ਫਿਰ ਕਲੀਅਰ ਹੋ ਜਾਂਦਾ ਕਿ ਇਹ ਕਰੋਨਾ ਪੋਜ਼ਿਟਿਵ ਹੈ, ਤਾਂ ਉਸ ਨੂੰ ਇਕਾਂਤਵਾਸ ਕੀਤਾ ਜਾਂਦਾ, ਕੋਈ ਉਹਦੇ ਆਸ-ਪਾਸ ਵੀ ਨਹੀਂ ਜਾਂਦਾ। ਡਰ ਲੱਗਦਾ ਉਹਨਾਂ ਨੂੰ ਕਿ ਕੋਈ ਮੁਸ਼ਕਲ ਦਾ ਹਿਸਾਬ ਨਾ ਹੋ ਜਾਏ। ਤਾਂ ਕਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ, ਕਦੋਂ ਤੋਂ ਇਸ ਦੀ ਸ਼ੁਰੂਆਤ ਹੋਈ ਹੈ, ਸਾਡੇ ਨਾਲ ਜਿਨ੍ਹਾਂ ਵੱਲੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਨਾਮ ਦੱਸੋ तो केड़ी संस्था वालों शुरुआत की गई, सारा दोस्तों? हरे कृष्णा सब लोगों को। ये मैं श्यामानंद दास, मैं इस्कॉन संस्था से हूँ और आप लोग सब लोग जानते हैं इंटरनेशनल सोसाइटी फॉर कृष्णा कॉन्शियसनेस। तो इस संस्था के अंदर ये कार्यक्रम किया जा रहा है जो कि पूरे विश्व में हम कोरोना पॉजिटिव हो या कोई भी ऐसे आपदा आती है तो हम लोग करते हैं सेवा। स्पेशली अभी कोविड के समय में पूरे देश में हर देश में दुनिया के हर देश में हम लोग ये इस्कॉन की तरफ से कर रहे हैं। तो आपके अमृतसर में भी ये कार्यक्रम कुछ 10 दिन से शुरू हो चुका है। तो धीरे धीरे अभी हम 100 प्लेट्स का ऑर्डर्स हैं, हम उतना करते हैं और बाकी हम बाकी लोगों को भी हम करने का प्रयास करते हैं। तो ये हम इस्कॉन की तरफ से हम कर रहे हैं। तो इस्कॉन इसको फ्री में एक सेवा भावना से आज लोग एक दूसरे को, जैसे आप बता रहे थे, एक दूसरे को लोग देखना नहीं चाहते हैं, लेकिन साथ साथ में हमारे वॉलंटियर उनको जा करके दे के आते हैं, लेकिन साथ ही साथ हम लोग सारे प्रोटोकॉल को फॉलो करवाते हैं। आप यहाँ जितने वॉलंटियर्स हैं उनको देख सकते हैं, ग्लव्स है, मास्क है, हेड कैप है, सब कुछ जो हदायत दी गई है उसके मुताबिक ही चला जा रहा है। सबसे बड़ी बात है कि आज इंसान मर रहा है लेकिन इंसानियत जिंदा है। इसको देखते हुए हमें भी खुशी हो रही है कि हर कोई हेल्प कर रहा है, एक दूसरे की हेल्प करने के लिए आगे पहुँच रहा है। तो क्या क्या इस में पैक किया जा रहा है, रोज अलग अलग होता है या किस तरीके से रखा जाता है? इसमें हम 4 आइटम फिक्स रखे हैं, 5 आइटम फिक्स रखे हैं हम। राइस, सब्जी, एक दाल है, चावल है और सलाद है। तो और ये सारा कुछ कितना मसाला होना नहीं होना ये सारा डाइटिशियन के अनुकूल है, जो पेशेंट कोविड पेशेंट के लिए क्या उपयोगी है और क्या इम्यूनिटी को बढ़ाने के लिए क्या चीज़ ज़रूरत है। तो हम चपाती के अंदर हम देसी घी यूज़ करते हैं जिससे कि उनका इम्यूनिटी बढ़े। दूसरी बात है कि दाल और सब्जियों में हम लोग ये इतना जो भी दालचीनी, काली मिर्च, जो भी चीज़ें होती हैं इम्यूनिटी बढ़ाने वाली चीज़ें, उसको हम यूज़ करते हैं जी। बिल्कुल। चपाती कितनी रहेगी इसमें? तो ये जो एक टाइम आपकी तरफ से पहुंचाया जाएगा या फिर तीनों टाइम या फिर 2 टाइम, किस तरीके से पहुंचाया जाएगा? तो ये अभी हमारी तरफ से एक बार दोपहर का लंच जा रहा है। एक बार फिर आना, एक बार पैकिंग देखो कितनी शानदार तरीके ਨਾਲ ਪੈਕਿੰਗ ਕੀਤੀ ਹੈ। ਤਾਂ ਇਸ ਤੋਂ ਪੈਕਿੰਗ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਕਿ ਕਿੰਨੇ ਸੇਫ ਤਰੀਕੇ ਦੇ ਨਾਲ ਹਰ ਇੱਕ ਵਲੰਟੀਅਰ ਨੇ ਗਲਵਸ ਪਾਏ ਨੇ, ਮਾਸਕ ਪਾਇਆ। ਤਾਂ ਜਿਹੜਾ ਖਾਣਾ ਪੈਕ ਕੀਤਾ ਜਾ ਰਿਹਾ ਉਹ ਕਿੰਨੇ ਵਧੀਆ ਤਰੀਕੇ ਨਾਲ ਪੈਕ ਕੀਤਾ ਜਾ ਰਿਹਾ ਜੀ, ਅੱਗੇ ਬੋਲੋ जी। तो यहाँ पे अभी हम एक बार का सेवा शुरू कर रहे हैं, किए हैं। अगर रिक्वायरमेंट होगा तो हम ब्रेकफास्ट, लंच, डिनर तीनों हम कर सकते हैं।
तो जैसा रिक्वायरमेंट है और उस हिसाब से हम कर सकते हैं। यानी कि सेवा की शुरुआत आज से कर दी गई है, काफी 10 दिन से शुरुआत हो चुकी है, लेकिन जो जो बढ़ रहा है तब तब खाना भी बढ़ाया जाएगा। तो कॉन्टैक्ट नंबर तो हमने दिखा दिया, तो कैसे कॉन्टैक्ट करेंगे आप? इसको हम व्हाट्सअप कर सकते हैं, कॉल कर सकते हैं। आप वहाँ पे व्हाट्सअप कीजिए, आप अपना रिपोर्ट भेजिए कोविड पॉजिटिव का, और आपको रिपोर्ट जो वो कंपल्सरी होगी। जी, रिपोर्ट कंपलसरी है, क्योंकि अभी हमें जरूरत है कोविड पॉजिटिव लोगों की सेवा करने का। अभी हमें जरूरी, गरीबों से ज़्यादा जरूरी है कोविड पॉजिटिव लोगों की सेवा करना, जो उनके पास बनाने का भी शक्ति नहीं है। गरीब लोग तो एक बार फिर भी कहीं पे जाके खा सकते हो, तो घर से भी बाहर नहीं निकल सकते हैं कोविड वाले लोग। इसलिए अभी कोविड वाले लोग के हम एक हमारा ये है। बाकी हमारा सेवा चलती रहती है रेगुलर बेसिस पे, हम गरीबों के लिए भी करते रहते हैं, स्कूल्स में भी हम बांटते हैं, स्लम्स एरिया में भी हम फूड डिस्ट्रीब्यूशन करते हैं। लेकिन एट प्रेजेंट जो ये सेवा कर रहे हैं हम, ये कोविड पॉजिटिव के लिए। मैं एक मैसेज मैं आपसे जरूर लेना चाहूँगा, क्योंकि तमाम लोग इस खबर को भी देखेंगे और सराहना भी करेंगे इस जो आपने कदम उठाया, अच्छा कदम उठाया, पूरे देश में उठाया। तो जो लोग मान नहीं रहे, लोग जो सरकारों की तरफ से हदायतें दी गई हैं कि ऐसे किया जाए, मास्क लगाया जाए, लोग अभी भी सोच रहे हैं, अभी जिसके ऊपर ये पीड़ा पड़ रही है उसे पता चल रहा है कि वाकई में कोरोना है, लेकिन जिसके ऊपर नहीं है वो सोच रहा है कि है ही नहीं। उनको क्या मैसेज देना चाहेंगे? देखिए, हमारा एक ही सिंपल सा मैसेज है, अगर सरकार या घर का कोई व्यक्ति, घर का जो मुखिया होता है, अगर जो उस प्रकार से हमें बताता है, अगर उस प्रकार से हम नहीं करते हैं, तो उस प्रकार से अगर हम नहीं करते हैं तो हमें उसका दुख जरूर भुगतना पड़ता है। इसलिए सरकार का जो भी प्रोटोकॉल है, जो भी नियम बताया हुआ है, उसको एज इट इज फॉलो करें, ये रिक्वेस्ट है आपसे। क्योंकि अगर आपके अंदर इम्यूनिटी अच्छी है, आपको कुछ नहीं होगा, लेकिन आप दूसरे के लिए ट्रांसमिशन का काम करेंगे। तो प्लीज़ रिक्वेस्ट है, आप लोग घर में रहिए, मास्क पहनिए, दूरी बना के रखिए जब साथ में खड़े होते हैं, और कम से कम घर से बाहर निकलिए। आपकी तरफ से ये कितने दिन लगातार सेवा चलेगी? महीनों, 2 महीनों, 6 महीने, कितनी देर तक सेवा आपकी तरफ से चलती रहेगी? और पूरे देश में ऐसे ही सेवा चलती रहेगी? जी, हमारे पूरे देश में ऐसी सेवा चल रही है, और अलग अलग जगह 2-2, 3-3 हज़ार, 4-4 हज़ार प्लेट्स जा रहे हैं एवरी डे। लेकिन यहाँ पे ये सेवा तो हम चाहते हैं ये बीमारी जल्दी से जल्दी खत्म हो जाए, लेकिन जब तक बीमारी नहीं खत्म होती हम ये सेवा चालू रखेंगे और लोगों को मदद करने के लिए हम सामने रहेंगे। हम ये नहीं चाहते हैं कि ये हमारी सेवा ज़्यादा दिन चले और बीमारी बढ़ते रहे। हम चाहते हैं बीमारी जल्द से जल्द खत्म हो, और ये हमारी सेवा 365 डे चलते रहेगी। जब कोविड खत्म हो जाएगा तो जो हमारे स्लम्स एरिया में रहने वाले लोग, उन लोग के लिए हम शुरू करेंगे। बिल्कुल, बहुत ਸ਼ਲਾਘਾਯੋਗ ਕਦਮ ਇਹਨਾਂ ਵੱਲੋਂ ਚੁੱਕਿਆ ਗਿਆ, ਜਿਹੜੇ ਕਦਮ ਦੀ ਅਸੀਂ ਵੀ ਤਾਰੀਫ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੈਕਿੰਗ ਕੀਤੀ ਜਾ ਰਹੀ ਹੈ। ਤਾਂ ਬਿਲਕੁਲ ਅਸੀਂ ਕਹਿ ਸਕਦੇ ਕਿ ਸਾਫ਼ ਸਫਾਈ ਵੀ ਬਿਲਕੁਲ ਰੱਖੀ ਗਈ ਆ। ਇੱਧਰ ਮੈਂ ਤਸਵੀਰ ਦਿਖਾਵਾਂਗਾ ਇੱਕ ਵਾਰ, ਦੇਸੀ ਘਿਓ ਦੇਖ ਸਕਦੇ ਜੇ, ਦੇਸੀ ਘਿਓ ਲਗਾ ਕੇ ਇਹ ਹਰ ਸਬਜ਼ੀ ਜਿਹੜੀ ਹੈ ਦੇਸੀ ਘਿਓ ਦੇ ਨਾਲ ਹੀ ਬਣਾਈ ਜਾ ਰਹੀ ਹੈ। ਤੇ ਰੱਖਿਆ ਕੀ ਗਿਆ, ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਰਹੇਗੀ। ਜਿਹੜੇ ਕੋਵਿਡ ਪੇਸ਼ੈਂਟ ਹੈ, ਜਿਨ੍ਹਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ, ਉਹਨਾਂ ਨੂੰ ਉਹੀ ਚੀਜ਼ ਜਿਹੜੀ ਆ ਉਹ ਦਿਖਾਈ ਜਾਏਗੀ। ਤਾਂ ਚਾਵਲ ਪਏ ਨੇ, ਚਪਾਤੀਆਂ ਪਈਆਂ ਨੇ, ਇੱਕ ਦਾਲ ਹੋਏਗੀ ਜਾਂ ਚਨੇ ਹੋਣਗੇ, ਕੁਛ ਵੀ ਹੋਏਗਾ, ਸੁੱਕੀ ਸਬਜ਼ੀ ਇੱਕ ਰੱਖੀ ਹੋਈ ਹੈ, ਨਾਲ ਸਲਾਦ ਰੱਖਿਆ ਹੋਇਆ। ਤਾਂ ਇਹ ਚੀਜ਼ ਤੇ ਰੱਖੀ ਹੋਈ ਆ, ਪਰ ਸਭ ਤੋਂ ਵੱਡੀ ਗੱਲ ਹੈ ਕਿ ਪੈਕਿੰਗ ਜਿਹੜੀ ਹੈ, ਪਲੇਟ ਦੇਖੋ, ਇਹ ਪਲੇਟ ਦੀ ਕੀਮਤ ਸਰ ਕਿੰਨੀ ਹੋਏਗੀ? ये प्लेट की कीमत कुछ 8 रुपए का पड़ता है हमें प्लेट, और ये फूड ग्रेड का है। ये प्लास्टिक, नॉर्मल प्लास्टिक नहीं है जो कि नुकसान करता है। ये फूड ग्रेड है, तो हम फूड ग्रेड लेते हैं जिनके शरीर में कोई नुकसान ना हो। जी ਬਿਲਕੁਲ, ਇਹ ਪਲੇਟ ਦੀ ਕੀਮਤ ਹੀ 8 ਰੁਪਏ ਹੈ। ਇਸ ਪਲੇਟ ਦੀ ਕੀਮਤ ਹੈ, ਨਾਲ ਅਸੀਂ ਇਹ ਕਹਿ ਸਕਦੇ ਕਿ ਜਿਹੜੀ ਰਸਤੇ ਦੇ ਵਿੱਚ ਪੈਕ ਕੀਤੀ ਜਾ ਰਹੀ ਆ, ਤਾਂ ਉਹਦੀ ਵੀ ਕੀਮਤ ਤੁਸੀਂ ਦੇਖ ਸਕਦੇ ਜੀ ਕਿ ਹੋਏਗੀ। ਇਹਨਾਂ ਨੂੰ ਕੋਈ ਲਾਭ ਨਹੀਂ ਹੈ ਵੀ ਅਸੀਂ ਸੇਵਾ ਕਰੀਏ, ਸਿਰਫ ਇਨਸਾਨੀਅਤ ਬੋਲ ਰਹੀ ਹੈ, ਇਸ ਕਰਕੇ ਸੇਵਾ ਕੀਤੀ ਜਾ ਰਹੀ ਹੈ। ਜਿਹੜੇ ਕੋਵਿਡ ਦੇ ਪੇਸ਼ੈਂਟ ਨੇ ਉਹ ਆਪਣੇ ਘਰੋਂ ਨਹੀਂ ਨਿਕਲ ਸਕਦੇ, ਅੱਜ ਰੋ ਰਹੇ ਨੇ ਪੇਸ਼ੈਂਟ। ਜਿਹੜਾ ਪੇਸ਼ੈਂਟ ਕੋਵਿਡ ਦਾ ਹੋ ਜਾਂਦਾ, ਉਹਨੂੰ ਮੁਸ਼ਕਲ ਹੋ ਜਾਂਦੀ ਹੈ, ਉਹ ਘਰ ਬੈਠਾ ਰੋਂਦਾ ਹੈ ਕਿ ਮੈਂ ਹੁਣ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰਾਂ। ਗਰੀਬੀ ਹਾਲਾਤ ਦੇ ਵਿੱਚ ਜਿਹੜਾ ਹੈਗਾ, ਜਿਹਨੂੰ ਕੋਵਿਡ ਹੋ ਜਾਂਦਾ ਤਾਂ ਉਹ ਜ਼ਿਆਦਾ ਮੁਸ਼ਕਲ ਜਾਂਦਾ। ਸ਼ਾਹੂਕਾਰ ਆਪਣਾ ਇਲਾਜ ਕਰ ਲੈਂਦਾ, ਸ਼ਾਹੂਕਾਰ ਰਾਸ਼ਨ ਵੀ ਖੁੱਲ੍ਹਾ ਪਾ ਸਕਦਾ, ਪਰ ਜਿਹੜੇ ਦਿਹਾੜੀਦਾਰ ਨੇ, ਜਿਨ੍ਹਾਂ ਨੇ ਸਿਰਫ 300 ਜਾਂ 400 ਰੁਪਏ ਦਿਹਾੜੀ ਪਾਣੀ ਆ, ਸਵੇਰੇ ਉਹਨਾਂ ਨੇ ਚੱਲਣਾ ਹੈ ਤਾਂ ਸ਼ਾਮ ਨੂੰ ਆਪਣੇ ਘਰ ਪਹੁੰਚ ਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਤੇ ਰੋਟੀ ਸਾਰਿਆਂ ਨੂੰ ਖਿਲਵਾਉਣੀ ਆ। ਸਰ, ਇੱਕ ਮੇਰਾ ਸਵਾਲ ਹੋਰ ਹੈ, ਜਿਹੜਾ ਕੋਵਿਡ ਦਾ ਪੇਸ਼ੈਂਟ ਹੈ, ਸਿਰਫ ਇਹ ਉਹਦੇ ਵਾਸਤੇ ਹੀ ਜਾਏਗਾ ਜਾਂ ਫਿਰ ਪਰਿਵਾਰ ਦੇ ਵਿੱਚ 2-3 ਮੈਂਬਰ ਵੀ ਹੁੰਦੇ ਆ? ਕਿਉਂਕਿ ਜਦੋਂ ਉਹ ਜਿਹੜਾ ਕੋਵਿਡ ਦਾ ਪੇਸ਼ੈਂਟ ਹੁੰਦਾ, ਕਈ ਵਾਰੀ ਉਹੀ ਕਮਾਉਣ ਵਾਲਾ ਘਰ ਵਿੱਚ ਹੁੰਦਾ, ਤਾਂ ਉਹਨਾਂ ਦੀ ਵੀ ਕੋਈ सहायता की जाएगी? देखिए, ये जो प्रसादम जा रहा है, जो खाना जा रहा है, ये उनके लिए भी है जो पेशेंट कोविड पॉजिटिव है, उनके अटेंडेंट के लिए भी है। और साथ ही साथ ये विशेष बात बताया जा रहा है, जैसे आप बता रहे थे कि मजदूर जो कोठी वाले हैं, जो साहूकार हैं, ऐसा नहीं है। हमारे साथ हमारे प्रसादम ऐसे लोगों के पास भी जा रहा है जो जिनके पास की
BMW गाड़ी, मर्सिडीज गाड़ियां हैं, लेकिन उनके घर में सारे मतलब है कि वो गुजारा कर सकते हैं, लेकिन चलो ये प्रसाद है तो पहुंच रहा है, लेकिन वो कर सकते हैं गुजारा, लेकिन वो जो गरीब बंदे हैं जो दिहाड़ी पाते हैं वो तो गुजारा भी नहीं कर सकते। लेकिन ये जो बीमारी है ना, इसमें साहूकार और गरीब को नहीं देखता है। ये बीमारी जो है ऐसा परेशान कर देता है कि व्यक्ति पर मजबूर हो जाता है। मजबूरी से अब उनके घर में कोई आना नहीं चाहता, सर्वेंट मैड कोई आना नहीं चाहता है पॉजिटिव, सबसे बड़ी बात, लेकिन हम वहाँ भी जाकर सेवा कर रहे हैं और वो लोग हमारे थैंकफुल भी हैं और हम थैंकलेस जॉब करते हैं, हमें कोई थैंक यू नहीं चाहिए, लेकिन हम ये सेवा हम इसलिए कर रहे हैं क्योंकि लोगों की जान बचाई जा सके। ਬਿਲਕੁਲ ਹਮ ਅਸੀਂ ਚਾਹੁੰਦੇ ਹਾਂ ਕਿ ਇਹ ਬਿਮਾਰੀ ਖਤਮ ਹੋ ਜਾਵੇ ਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਤਾਂ ਇਹ ਰਸਤਾ ਦੇਖ ਸਕਦੇ ਜੀ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਤਾਂ ਲਗਾਤਾਰ ਰੋਟੀ ਲੱਥ ਰਹੀ ਆ, ਨਾਲ ਸਬਜ਼ੀਆਂ ਜਿਹੜੀਆਂ ਨੇ ਉਹ ਬਣਦੀਆਂ ਪਈਆਂ ਨੇ, ਤਾਂ ਪੂਰੀ ਟੀਮ ਲੱਗੀ ਹੈ। ਇੱਕ ਪਾਸੇ ਪੈਕਿੰਗ ਕੀਤੀ ਜਾ ਰਹੀ ਹੈ, ਦੂਜੇ ਪਾਸੇ ਬਣਾਉਣ ਦਾ ਜਿਹੜਾ ਕੰਮ ਉਹ ਲਗਾਤਾਰ ਕੀਤਾ ਜਾ ਰਿਹਾ। ਤਾਂ ਇੱਕ ਸ਼ਲਾਘਾਯੋਗ ਕਦਮ ਆ ਜਿਹੜਾ ਕਿ ਇਹਨਾਂ ਵੱਲੋਂ ਚੱਕਿਆ ਗਿਆ। ਤਾਂ ਪੂਰੇ ਦੇਸ਼ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਸੰਸਥਾ ਹੈ ਉਹ ਕੰਮ ਕਰ ਰਹੀ ਹੈ। ਤਾਂ ਕੋਵਿਡ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ। ਹੁਣ ਸਭ ਤੋਂ ਵੱਡੀ ਗੱਲ ਲੋਕਾਂ ਵਾਸਤੇ ਇਹ ਹੈ, ਉਹਨਾਂ ਵਾਸਤੇ ਇਹ ਮੈਸੇਜ ਹੈ ਕਿ ਤੁਸੀਂ ਇਹ ਮਤ ਸੋਚੋ ਕਿ ਇਹ ਬਿਮਾਰੀ ਨਹੀਂ ਹੈ, ਕਿਉਂਕਿ ਬੜੇ ਲੋਕ ਅਵੇਅਰ ਹੀ ਨਹੀਂ ਹੈਗੇ। ਬੜੇ ਲੋਕ ਅਜੇ ਇਹ ਸੋਚਦੇ ਨੇ ਕਿ ਕੋਈ ਗੱਲ ਹੀ ਨਹੀਂ ਹੈ, ਕਰੋਨਾ ਹੈਗਾ ਹੀ ਨਹੀਂ ਹੈ, ਸਰਕਾਰ ਗੁੰਮਰਾਹ ਕਰਦੀ ਪਈ ਹੈ। ਪਰ ਜੇਕਰ ਬਿਮਾਰੀ ਹੈਗੀ ਹੈ ਤਾਂ ਫਿਰ ਹੀ ਇਹਨੂੰ ਕੋਵਿਡ ਹੈ। ਤਾਂ ਅੱਜ ਇਹ ਸੰਸਥਾ ਕਿਤੇ ਨਾ ਕਿਤੇ ਇਹਨਾਂ ਵਾਸਤੇ ਅਗਾਂਹ ਤੁਰੀ ਹੈ। ਕੈਮਰਾਮੈਨ ਦਲੀਪ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।